ਆਪਾਂ ਗੱਲ ਕਰਦੇ ਆ ਮੋਦੀ ਸਰਕਾਰ ਦੇ ਬਾਰੇ ਚ ਭਾਰਤ ਦੇ ਬਾਰੇ ਚ ਕਿ ਵੀ ਆਖਰ ਉੱਥੇ ਦੇ ਹਾਲਾਤ ਜਿਹੜੇ ਨੇ ਉਹ ਕੀ ਚੱਲਦੇ ਪਏ ਦਿਖਾਉਣ ਨੂੰ ਤਾਂ ਕਹਿੰਦਾ ਹੈ ਕਿ ਜੀ ਅਸੀਂ ਸੁਪਰ ਪਾਵਰ ਆ ਔਰ ਜਮਹੂਰੀ ਜਿਹੜਾ ਸਾਡਾ ਮੁਲਕ ਹੈ ਔਰ ਇੱਥੇ ਸਾਰਿਆਂ ਦੇ ਜਿਹੜੇ ਹਕੂਕ ਹੈ ਉਹ ਮੰਨੇ ਜਾਂਦੇ ਆ ਔਰ ਅਸੀਂ ਬੜਾ ਕੋਈ ਡਿਜੀਟਲ ਜਿਹੜੀ ਹੈ ਨਾ ਪਾਵਰ ਹੈਗੇ ਆ ਔਰ ਪੂਰੀ ਦੁਨੀਆ ਦੇ ਵਿੱਚ ਸਾਡਾ ਰਾਜ ਚੱਲਦਾ ਪਿਆ ਅਸਲ ਹਕੀਕਤ ਔਰ ਕਹਾਣੀ ਕੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਇਹ ਮੋਦੀ ਸਰਕਾਰ ਦੀ ਇੰਤਹਾ ਪਸੰਦੀ ਔਰ ਰਿਆਸਤੀ ਜਿਹੜੀ ਦਹਿਸ਼ਤਗਰਦੀ ਹੈ ਇਹਨੇ ਪੂਰੇ ਖਿੱਤੇ ਦਾ ਜਿਹੜਾ ਅਮਨ ਹੈਗਾ ਉਹਨੂੰ ਦਾਅ ਦੇ ਉੱਤੇ ਲਾਇਆ ਹੋਇਆ ਵੈਸੇ ਕਹਿੰਦਾ ਹੈ ਕਿ ਜੀ ਮੈਂ ਬੜਾ ਜਮਹੂਰੀ ਹਾਂ ਵਾਕਈ ਜਮਹੂਰੀ ਮੁਲਕ ਹੈ ਜਾਂ ਫਿਰ ਇਹ ਸਿਰਫ ਔਰ ਸਿਰਫ ਅਕਲੀਤਾਂ ਵਾਸਤੇ ਇੱਕ ਬਹੁਤ ਵੱਡਾ ਕੈਦਖਾਨਾ ਹੈ ਉੱਥੇ ਜਿਹੜਾ ਬੰਦਾ ਆਪਦੇ ਹੱਕ ਦੀ ਹਕੂਕ ਦੀ ਗੱਲ ਕਰੇ ਤੇ ਉਹਨੂੰ ਅਗਰ ਕੋਈ ਮੁਸਲਮਾਨ ਹੋਵੇ ਤਾਂ ਉਹਨੂੰ ਕਹਿ ਦਿੰਦੇ ਆ ਕਿ ਜਾ ਤੂੰ ਪਾਕਿਸਤਾਨ ਚਲਾ ਜਾ ਕੋਈ ਹੋਰ ਹੋਵੇ ਤਾਂ ਉਹਨੂੰ ਕਹਿੰਦੇ ਆ ਕਿ ਜੀ ਇਹ ਗद्दार ਹੈ ਇਹ ਦੁਸ਼ਮਣਾਂ ਨਾਲ ਮਿਲਿਆ ਹੋਇਆ ਬਹਰਹਾਲ ਇਹ ਕੈਦਖਾਨਾ ਜਾਂ ਕੀ ਹੈ ਇਹ ਆਜ਼ਾਦੀ ਹੈ ਇਹ ਉਹ ਸਵਾਲ ਹੈ ਜੋ ਕਿ ਅੱਜ ਦੁਨੀਆ ਦਾ ਹਰ ਇਨਸਾਨ ਪੁੱਛਦਾ ਪਿਆ ਕਸ਼ਮੀਰ ਮੀਡੀਆ ਸਰਵਿਸ ਦੀਆਂ ਹਾਲੀਆਂ ਰਿਪੋਰਟਾਂ ਨੇ ਜੋ ਗੱਲਾਂ ਕੀਤੀਆਂ ਨੇ ਨਾ ਉਹ ਇਨਸਾਨ ਜਿਹੜੇ ਹੋਸ਼ ਨੇ ਨਾ ਉਹਨਾਂ ਵਾਸਤੇ ਕਾਫੀ ਉਹਨਾਂ ਨੂੰ ਲਿਆਉਣ ਵਾਸਤੇ ਉਹ ਸੁਣ ਕੇ ਰੂਹ ਜਿਹੜੀ ਨਾ ਉਹ ਕੰਬ ਜਾਂਦੀ ਹੈ ਔਰ ਤਾਰੀਖ ਗਵਾਹ ਹੈ ਕਿ ਭਾਰਤ ਨੇ ਹਮੇਸ਼ਾ ਕਿਸੇ ਦੂਜੇ ਮੁਲਕ ਜਾ ਕੇ ਉਹ ਜ਼ੁਲਮ ਨਹੀਂ ਕੀਤਾ ਜਿੰਨਾ ਕਿ ਆਪਦੇ ਹੀ ਸ਼ਹਿਰੀਆਂ ਦੇ ਉੱਤੇ ਜ਼ੁਲਮ ਕੀਤਾ ਅੱਛਾ ਚਾਹੇ ਉਹ ਸਿੱਖ ਹੋਣ ਜਾਂ ਚਾਹੇ ਉਹ ਮੁਸਲਮਾਨ ਹੋਣ ਜਾਂ ਫਿਰ ਉਹ ਮਨੀਪੁਰ ਦੀ ਮਜਬੂਰ ਆਵਾਮ ਹੋਵੇ ਭਾਰਤੀ ਬੰਦੂਕ ਦਾ ਨਿਸ਼ਾਨਾ ਹਮੇਸ਼ਾ ਕਮਜ਼ੋਰ ਹੀ ਬਣਦੇ ਰਹੇ ਨੇ ਮੋਦੀ ਸਰਕਾਰ ਨੇ ਆਪਦੀ ਜਿਹੜਾ ਸਿਆਸਤ ਹੈਗੀ ਉਹਨੂੰ ਚਮਕਾਉਣ ਵਾਸਤੇ ਔਰ ਆਪਦੇ ਸਿਆਸੀ ਫਾਇਦੇ ਵਾਸਤੇ ਪੂਰੇ ਮੁਲਕ ਦੇ ਵਿੱਚ ਇੱਕ ਨਫ਼ਰਤ ਦੀ ਅੱਗ ਹੈ ਨਾ ਉਹ ਖੋਰੀ ਇਕੱਠੀ ਕੀਤੀ ਉਹਨੇ ਪਹਿਲੇ ਨਫ਼ਰਤ ਦੀ ਸਾਰੀ ਖੋਰੀ ਇਕੱਠੀ ਕਰਕੇ ਨਾ ਤੇ ਫਿਰ ਨੇ ਬੜੀ ਰੀਝ ਨਾਲ ਜਿਹੜਾ ਨਾ ਉਹ ਮਾਚਿਸ ਦੀ ਤੀਲੀ ਲਾ ਕੇ ਤੇ ਇਸ ਖੋਰੀ ਨੂੰ ਸਾੜਿਆ ਤੇ ਫਿਰ ਉਹਦਾ ਸੇਕਾ ਪੂਰੇ ਭਾਰਤ ਦੇ ਵਿੱਚ ਫੈਲਿਆ ਇਹ ਕੋਈ ਮੇਰੇ ਮੂੰਹ ਚੋਂ ਕੜੀਆਂ ਹੋਈਆਂ ਗੱਲਾਂ ਨਹੀਂ ਹੈਗੀਆਂ ਆ ਤਾਰੀਖ ਦੇ ਕੁਛ ਹੀ ਪੰਨੇ ਜਿਹੜੇ ਨੇ ਨਾ ਉਹ ਤੁਸੀਂ ਪਲਟ ਕੇ ਦੇਖ ਲਓ ਸਾਰੀ ਹਕੀਕਤ ਵਾਜ਼ੇ ਹੋ ਜਾਏਗੀ ਅਗਰ ਤਾਰੀਖ ਚੁੱਕ ਕੇ ਦੇਖੋ ਤਾਂ ਸਿੱਖਾਂ ਦੇ ਖਿਲਾਫ ਭਾਰਤੀ ਫੌਜ ਦੀ ਰਿਆਸਤੀ ਦਹਿਸ਼ਤਗਰਦੀ ਨੂੰ ਪੂਰੇ ਦੇ ਪੂਰੇ 42 ਸਾਲ ਹੋ ਗਏ 42 ਸਾਲ ਪਹਿਲੇ ਆਪਰੇਸ਼ਨ ਬਲੂ ਸਟਾਰ ਦੇ ਨਾਮ ਦੇ ਉੱਤੇ ਸਿੱਖਾਂ ਦੇ ਉੱਤੇ ਉਹ ਕਿਆਮਤ ਬਰਪਾ ਕੀਤੀ ਗਈ ਕਿ ਜਿਨੇ ਇਨਸਾਨੀਅਤ ਅਗਰ ਉਹਨੂੰ ਦੇਖੇ ਤਾਂ ਉਹ ਦੰਗ ਰਹਿ ਜਾਂਦੀ ਹੈ ਆਜ਼ਾਦਾਨਾ ਔਰ ਗੈਰ ਜਾਨਬਦਾਰਾਨਾ ਰਿਪੋਰਟਾਂ ਦੇ ਮੁਤਾਬਕ ਇਸ ਖੂਨੀ ਆਪਰੇਸ਼ਨ ਦੇ ਵਿੱਚ ਕੋਈ 1 2 3 4 ਨਹੀਂ ਕੋਈ 1 2 3 4 ਹਜ਼ਾਰ ਨਹੀਂ 10,000 ਦੇ ਨੇੜੇ ਤੇੜੇ ਨਿਹੱਤੇ ਸਿੱਖ ਯਾਤਰੀ ਮਾਸੂਮ ਮਰਦ ਖਵਾਤੀਨ ਔਰ ਬੱਚੇ ਬੇਦਰਦੀ ਨਾਲ ਮਾਰੇ ਗਏ ਉਹ ਤਾਰੀਖ ਯਾਦ ਕਰੋ ਜਦੋਂ 1 ਜੂਨ 1984 ਨੂੰ ਭਾਰਤੀ ਫੌਜ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਮੁਕਾਮ ਗੋਲਡਨ ਟੈਂਪਲ ਦੇ ਉੱਤੇ ਟੈਂਕ ਹੀ ਚਾੜ ਦਿੱਤੇ ਟੈਂਕਾਂ ਨਾਲ ਤੋਪਾਂ ਨਾਲ ਹਮਲਾ ਕੀਤਾ ਸਿੱਖ ਮਜ਼ਹਬ ਦੇ ਮੁਕੱਦਸ ਤਰੀਨ ਮੁਕਾਮ ਦੇ ਉੱਤੇ ਉਸ ਵਕਤ ਦੀ ਵਜ਼ੀਰ ਆਜ਼ਮ ਇੰਦਰਾ ਗਾਂਧੀ ਨੇ ਰਿਆਸਤੀ ਦਹਿਸ਼ਤਗਰਦੀ ਦੀ ਉਹ ਖੌਫਨਾਕ ਔਰ ਬਦਤਰੀਨ ਮਿਸਾਲ ਕਾਇਮ ਕੀਤੀ ਜਿਹਦੀ ਕੋਈ ਤਾਰੀਖ ਦੇ ਵਿੱਚ ਦੂਜੀ ਮਿਸਾਲ ਹੀ ਨਹੀਂ ਲੱਭਦੀ ਹੈਗੀ ਭਾਰਤੀ ਫੌਜ ਦੇ ਇਸ ਵਹਿਸ਼ਿਆਨਾ ਹਮਲੇ ਦਾ ਅਸਲ ਮਕਸਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਔਰ ਸਿੱਖਾਂ ਦੀ ਜਾਇਜ਼ ਖੁਦ-ਇਰਾਦੀਅਤ ਦੀ ਤਹਿਰੀਕ ਨੂੰ ਹਮੇਸ਼ਾ ਵਾਸਤੇ ਬੰਦ ਕਰਨਾ ਉਹਨੂੰ ਕੁਚਲਣਾ ਸੀ ਲੇਕਿਨ ਹੋਇਆ ਫਿਰ ਕੀ ਇਸ ਅੰਧੇ ਆਪਰੇਸ਼ਨ ਬਲੂ ਸਟਾਰ ਨੇ ਭਾਰਤ ਦੀ ਸੈਕੂਲਰ ਜਿਹੜੀ ਸ਼ਨਾਖਤ ਹੈ ਨਾ ਕਿ ਜੀ ਅਸੀਂ ਬੜੇ ਸੈਕੂਲਰ ਆ ਇੱਥੇ ਬਾਕੀ ਅਕਲੀਤਾਂ ਵੀ ਬੜਾ ਖੁਸ਼ ਰਹਿੰਦੀਆਂ ਨੇ ਉਹਦਾ ਜਨਾਜ਼ਾ ਆਪਦੇ ਮੋਢਿਆਂ ਤੇ ਰੱਖਿਆ ਔਰ ਜਾ ਕੇ ਚਲੋ ਜੀ ਮਿੱਟੀ ਪਾ ਦਿੱਤੀ ਯਾਨੀ ਕੋਈ ਖੂਹ ਖਾਤਾ ਹੀ ਨਹੀਂ ਹੈਗਾ ਜਿਵੇਂ ਪੰਜਾਬੀ 'ਚ ਕਹਿੰਦੇ ਆ ਉਹ ਸਾਰਾ ਕੁਛ ਹੀ ਬਰਬਾਦ ਕਰਤਾ ਇਹਦੇ ਸੈਕੂਲਰਿਜ਼ਮ ਦੇ ਚਿਹਰੇ ਦਾ ਭਾਰਤ ਦਾ ਸੈਕੂਲਰਿਜ਼ਮ ਵੀ ਇਸ ਦਿਨ ਜਿਹੜਾ ਨਾ ਉਹ ਹਮੇਸ਼ਾ ਵਾਸਤੇ ਦਫਨ ਹੋ ਗਿਆ ਸੀ ਜਿੱਦਣ ਇਹਨਾਂ ਨੇ ਕਾਰਵਾਈ ਕੀਤੀ ਸੀ ਰਿਆਸਤੀ ਜਬਰ ਦਾ ਇਹ ਸਿਲਸਿਲਾ ਸਿਰਫ ਔਰ ਸਿਰਫ ਕੱਲ ਦੀਆਂ ਗੱਲਾਂ ਤੱਕ ਮਹਦੂਦ ਨਹੀਂ ਹੈ ਕਿ ਪਿੱਛੇ ਇਹਨਾਂ ਨੇ ਆ ਕੀਤਾ ਮਾਜ਼ੀ ਵਿੱਚ ਆ ਕੀਤਾ ਇਸ ਤਰ੍ਹਾਂ ਹੋ ਗਿਆ ਨਹੀਂ ਇਹ ਇੰਨਾ ਕੋਈ ਹਾਰਡ ਧਰਮ ਹੈ ਕਿ ਇਹ ਸਾਰੀਆਂ ਚੀਜ਼ਾਂ ਇਹ ਹੁਣ ਵੀ ਲੈ ਕੇ ਚੱਲਦਾ ਪਿਆ ਅੱਜ ਵੀ ਮੋਦੀ ਸਰਕਾਰ ਨੇ ਇਹਦੇ ਵਿੱਚ ਮਜ਼ੀਦ ਕਮੀ ਦੀ ਬਜਾਏ ਇਜ਼ਾਫਾ ਕਰ ਦਿੱਤਾ ਕੋਈ ਦਿਨ ਦੂਰ ਨਹੀਂ ਹੈਗੇ ਜਿਹੜਾ ਰਿਆਸਤ ਜਿਹੜੀ ਮਨੀਪੁਰ ਹੈ ਉਹਦੇ ਸਾਰੇ ਹਾਲਾਤੋਂ ਵਾਕਿਆਤ ਮੈਂ ਤੁਹਾਡੇ ਸਾਹਮਣੇ ਰੱਖੇ ਭਾਰਤੀ ਰਿਆਸਤ ਮਨੀਪੁਰ ਦੇ ਵਿੱਚ ਹਾਲਾਤ ਜਿਹੜੇ ਨੇ ਨਾ ਉਹ ਦਿਨ ਬ ਦਿਨ ਠੀਕ ਨਹੀਂ ਹੁੰਦੇ ਉਹ ਖਰਾਬ ਹੁੰਦੇ ਪਏ ਜਿੱਥੇ ਕਾਬਿਜ਼ ਭਾਰਤੀ ਫੌਜ ਔਰ ਮੁਕਾਮੀ ਆਵਾਮ ਆਮਣੇ ਸਾਹਮਣੇ ਆ ਚੁੱਕੇ ਫਿਰ ਇਹਨਾਂ ਦੇ 4 5 6 ਐਸੇ फौज तो भजे हुए पकौड़े आके पाकिस्तान दे विच बयानबाजी करते हैं कि पाकिस्तान जो है ना वो दुनिया भर में सालसी करता फिर रहा है पाकिस्तान की आवाम जो है वो बड़ी तंग है
ਇਹ ਜਿਹੜੇ ਬੈਠੇ ਨੇ ਸਾਰੇ ਦੇ ਸਾਰੇ ਇਹ ਪਾਕਿਸਤਾਨ ਦੀ ਆਵਾਮ ਦਾ ਨਹੀਂ ਸੋਚਦੇ ਹੈਗੇ। ਇਹ ਜਿਹੜੇ ਕੋਈ 4 ਪੈਸੇ ਜਿਹੜੇ ਜਿਨ੍ਹਾਂ ਨੂੰ ਦੇ ਕੇ ਤੇ ਲਾਈਟ ਕੈਮਰਾ ਐਕਸ਼ਨ ਕਰਾ ਕੇ ਪਾਕਿਸਤਾਨ ਦੇ ਖਿਲਾਫ ਸਿਰਫ ਬੋਲਣ ਵਾਸਤੇ ਲਾਇਆ ਹੋਇਆ ਹੈ ਨਾ, ਉਹਨਾਂ ਨੂੰ ਕਹੋ ਕਿ ਜੇ ਹਕਾਇਕ ਵੀ ਚੱਕ ਕੇ ਵੇਖ ਲਿਆ ਕਰੋ। ਉਹਨੂੰ ਕਹਿੰਦੇ ਨਾ ਕਿ ਆਪਣੇ ਗਿਰਬਾਨ 'ਚ ਵੇਲੇ ਵੇਖ ਲਓ, ਬਾਕੀ ਤਾਂ ਤੁਹਾਨੂੰ ਬੜੇ ਕੀੜੇ ਮਕੌੜੇ ਨਜ਼ਰ ਆਉਂਦੇ ਆ, ਆਪਦੇ ਗਿਰਬਾਨ 'ਚ ਝਾਂਕ ਕੇ ਵੇਖੋ ਕਿ ਤੁਹਾਡੇ ਵਿੱਚ ਕੀ ਕੀ ਮਸਲੇ ਨੇ। फिर आखोगे कि यार शुमाइला ही ऐसी बातें करती है, मैं नहीं करती। थोड़ा आपदा अखबार भारतीय जरीदा इंडिया टुडे वो चुक के वेख लो, ठीक है। उन्हें आपदी हालिया जी इशात हैगी है, जो छापा लाया है, उस छापे दे विच उन्हें यह भी छापिया है कि मणिपुर दे अंदर भारतीय सिक्योरिटी फोर्सेस बड़ा जुल्म करदियां पईयां ने आपदी आवाम दे उत्ते, बुरी तरह नकाब बेनकाब कीता है उन्हां फोर्सेस नूं। और मणिपुर के चप्पे चप्पे के उत्ते इस वक्त खौफ की फिजा कायम है। उत्थे भारतीय फौज की एक नवी और जबरदस्ती कायम की जाने वाली जी चौकी है, उसके खिलाफ जो आवाम ने एहतजाज किया तो फिर होया की? तो फिर होया ये कि आसाम राइफल्स के एहलकारा ने कोई 1-2 फायरिंग नहीं, मशीन गन लाई और तड़ 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 फायरिंग, यानी अंधाधुंध फायरिंग करती, जिसके नतीजे के खवातीन समेत 4 निहत्ते मुजाहिरीन शदीद जख्मी भी हुए। ये तो वैसे खबरां ये आ रही 4 हो सकता है कि ये 4 दर्जन हो। मुकामी अफराद के मुताबिक आसाम राइफल्स ने मुकामी इंतजामिया नूं बिल्कुल भी एतमाद च नहीं लिया और एक नवी चौकी ठा करके कायम कर दी। फिर कहते हैं कि जी असी जमहूरी मुल्क हाँ ते साडे वर्गा कोई भी नहीं हैगा, ये जमहूरीयत है। पहला सवाल ही मेरा ये है कि जिस कौम के उत्ते पिछले मुसलसल 10 सालों तो आ मोदी जिहड़ा हैगा ये चाह वेचण वाला जिहड़ा हैगा ये तुहाडे उत्ते मुसलत किया गया है। 10 साल हो गए, एडा वड्डा भारत है, भारत दे विच कोई बंदा नहीं हैगा कि भी इस की मैं इस अल्फाज इस्तेमाल करा। वैसे कुछ चीज़ों नूं जिहड़ा ना वो मैनेज भी करना बड़ा मुश्किल हुंदा है और तुसीं मेरे जज्बात समझ सकते हैं कि असीं हैगे आ पंजाबी, फिर पंजाबी की जिहड़ी जुबान आ थोड़ी बहुत अगे पिछे हो जाती हुंदी। बहरहाल ये जो कुछ भारत दे विच चलदा पिया है ये जमहूरीयत है, खुलम खुला अमरीयत है, मनो ना फिर भी इत्थे डिक्टेटरशिप है। मोदी सरकार दियां बंदूकां दा जिहड़ा जोर है ना, जिहड़ियां उहदियां गोलियां ने, वो सिर्फ और सिर्फ आवाम दी आवाज़ दबाउणा चाहदियां है। लेकिन दुनिया हुण बड़ी सियाणी हो चुकी है, लोकां नूं हुण जिहड़ी फक्की बेची जाती है ना, वो फक्की कहंदे नहीं असीं नहीं खानी हैगी, सानूं नहीं चाहिदा ये चूरन। हुण वो जाग गए है, जिहड़ा ये सत्तू घोल घोल के पिआंदे सी ना भी ये ठंडे मठई रहण, वो कहंदे असीं नहीं पींदे हैगे ये। दूजे पासे मोदी दा हिंदू मुस्लिम कार्ड जिहड़ा कि हमेशा तो यही चलाया गया वो बुरी तरह जिहड़ा ना वो फ्लॉप हो गया। और इसकी सब तो वड्डी मिसाल कॉकरोच जनता पार्टी है। हुण कॉकरोच जनता पार्टी बेचारी करेगी जिहड़े नौजवान ने, ये बेरोजगार भारतीय नौजवानों की जिहड़ी ताकतवर आवाज़ है ये बन के जमात उभर गई है, जिन्हें मोदी के गल दे विच जिहड़ा ना वो फाया कोई एक बारी नहीं लपेटिया, वो 4-5 वाली जिहड़ा ना लपेटा मार के तो उन्होंने खिंच दिता फड़ के। उन्होंने इस हिंदू मुस्लिम एजेंडे नूं बुरी तरह बेनकाब कर दिता है। कॉकरोच जनता पार्टी ने मोदी नूं साफ साफ और सीधी वार्निंग दी है, सीधा पदरा हो जा, नहीं तो फिर असीं चंगी तरह तैनूं सीधा पदरा करना जानते हैं। उन्होंने आख्या साफ साफ, उन्होंने कहा कि जिहड़ा तूं इलैक्शन जितन वास्ते हिंदू मुस्लिम मुस्लिम हिंदू ये जिहड़ा कार्ड इस्तेमाल करदा है ये ना काका करी हुण दोबारा। हुण अगली भी सुन लो, ये सारियां रिपोर्टां तुहाडे इंडिया टुडे दियां ने। हिंदुस्तान टाइम्स की कहता पे, हिंदुस्तान टाइम्स ये कहता पे है कि कॉकरोच जनता पार्टी ने बड़ा सख्त मौकफ अपनाया है कि जनाबे वाला पिछले 12 साल दे विच भारत की सियासत नूं सिर्फ और सिर्फ हिंदू मुस्लिम एजेंडा, बस साडे विच होर कुछ भी नहीं हैगा। बहरहाल ये जिहड़ी सीजेपी के रहनुमा ने उन्होंने साफ साफ ये चीज़ आखी है कि जिहड़ा ये जहरीला गंदा बदबूदार भयानक ये जिहड़ा बयानिया है ना, इहदियां जिहड़ियां जड़ां ने ना असीं हुण उत्तों दी नहीं छांगना। उन्होंने कहा कि भी जड़ों पट के असीं सिट देना है, क्योंकि हुण टाइम आ गया भी इहदियां जड़ां बाहर कढ के सिटिए ताकि कोई सुख दा साह आवे। नौजवान जिहड़े ने ना वो हिंदू मुस्लिम नज़रिया नहीं मंगदे पे। नौजवान कहंदे आ सानू रोज़गार दे, असीं काम करना है, सानू ये फक्की ना वेच, असीं ये चूरन नहीं खाना, इहदे च ना खटास है ना ये नमकीन है, ये फिक्का जा चूरन, चूरन भी तो कम से कम चंगा वेचना। हुण ये जिहड़ी तेरी दुकान है ना ये ज़्यादा देर तक टिकण वाली नहीं हैगी, असीं इत्थे भुखे मरी जाने आ, ठीक है, और तू इत्थे मजहब कार्ड खेड़ी जाना। कोई रोटी की गलबात कर, कोई रोज़गार की गलबात कर। भारत के अंदरूनी हालात जिहड़े ने चीकां कूकां मार मार के दसदे पे है कि इंतहा पसंदी दा ये जिहड़ा जिन है ये बेकाबू होया पिया।
ਅਕਲੀਤਾਂ ਦੇ ਉੱਤੇ ਜ਼ੁਲਮ ਢਾਉਣ ਵਾਲਾ ਭਾਰਤ ਹੁਣ ਅੰਦਰ ਹੀ ਅੰਦਰ ਖੁਦ ਖੋਖਲਾ ਹੁੰਦਾ ਪਿਆ। ਮੋਦੀ ਨੇ ਨਫ਼ਰਤ ਦੀ ਜਿਹੜੀ ਅੱਛਾ ਇਹ ਸਮਝਦਾ ਸੀ ਕਿ ਮੈਂ ਸ਼ਾਇਦ ਬੜਾ ਕਾਮਯਾਬ ਹੋ ਜਾਵਾਂਗਾ। ਪਹਿਲੇ ਲੋਕੀ ਕਰਦੇ ਰਹੇ ਇਹਨੂੰ ਸਪੋਰਟ। ਵੈਸੇ ਅਗਰ ਮੋਦੀ ਇਹ ਹਿੰਦੂ ਮੁਸਲਿਮ ਚੂਰਨ ਵੇਚਦਾ ਸੀ ਤਾਂ ਉਹ ਚੂਰਨ ਵਿਕਦਾ ਸੀ ਤਾਂ ਵੇਚਦਾ ਸੀ ਨਾ। ਇਹ ਵੀ ਜ਼ਰਾ ਸੋਚਣ ਵਾਲੀ ਗੱਲ ਹੈ ਨਾ। ਇਹ ਕਹਿੰਦੇ ਨਾ ਫੱਕੀ ਨਾ ਵੇਚੋ ਚੂਰਨ ਨਾ ਵੇਚੋ। ਆਵਾਮ ਉਹ ਫੱਕੀ ਉਹ ਚੂਰਨ ਖਾਂਦੀ ਸੀ ਤਾਂ ਉਹ ਵੇਚਦਾ ਸੀ। ਇਹਨੇ ਜਿਹੜੀ ਫੱਕੀ ਵੇਚੀ ਹੁਣ ਉਹਨੇ ਕੋਈ ਅਸਲ ਤਾਂ ਦੇਣਾ ਹੈ ਨਾ। ਹੁਣ ਉਹਨੇ ਆਪਣਾ ਜਾਦੂ ਚਲਾਇਆ ਹੈ ਕਿ ਉਹ ਚੀਜ਼ ਨਹੀਂ ਚੱਲਦੀ ਪਈ ਭਾਰਤ ਦੇ ਵਿੱਚ। ਇਹ ਜਿਹੜੀ ਨਫ਼ਰਤ ਦੇ ਜਿਹੜੇ ਬੀ ਬੋਂਦਾ ਰਿਹਾ ਹੈ ਨਾ ਉਹ ਹੁਣ ਕੱਟਣ ਵਾਸਤੇ ਤਿਆਰ ਹੋ ਚੁੱਕੀ ਹੈ। ਹੁਣ ਤੁਸੀਂ ਇਹ ਦੇਖੋ ਕਿ ਚਾਹੇ ਉਹ ਖਾਲਿਸਤਾਨ ਦੀ ਤਹਿਰੀਕ ਹੋਵੇ, ਉਸ ਤਹਿਰੀਕ ਨੂੰ ਵੀ ਦਬਾਉਣ ਦੀ ਉਹਨੂੰ ਕੁਚਲਣ ਦੀ ਬੜੀ ਕੋਸ਼ਿਸ਼ ਕੀਤੀ ਗਈ ਕਿ ਖਾਲਿਸਤਾਨ ਦੀ ਤਹਿਰੀਕ ਬੰਦ ਹੋ ਗਈ। ਨਹੀਂ, ਮਨੀਪੁਰ ਦੀ ਬਗਾਵਤ ਦਾ ਕੀ ਅੰਜਾਮ ਹੁੰਦਾ ਪਿਆ। ਮੋਦੀ ਸਰਕਾਰ ਦੀਆਂ ਜਾਬਰਾਨਾ ਪਾਲਿਸੀਆਂ ਨੇ ਭਾਰਤ ਦੇ ਟੋਟੇ ਟੋਟੇ ਕਰ ਦਿੱਤੇ ਹੈ। बड़ा शौक से ना कि पाकिस्तान के टुकड़े टुकड़े करेंगे। अपने अंदर देख लो किन्ने के टोटे होए पे ने, या ये मैं अगले प्रोग्राम च तुहानू गणवावां भी इन्ने टोटे होए पे ने, हजे होर होणगे। रियासती दहशतगर्दी दे बलबूते दे उत्ते हुकूमत चलाउण वालियां दा अंजाम हमेशा गंदा और इबरतनाक हुंदा है। दुनिया अन्नी नहीं हैगी, नज़र आंदा है उनके डेलियां नू, ठीक है, कि किस तरह पंडितां दा जिहड़ा भारत है वो आपदे ही जुल्म दे बोझ तले जिहड़ा ना पींदा पिया। और हतमी गल यही है कि मोदी सरकार की उल्टी गिनती शुरू हो गई है और इनका काम बनता है कि भी ये गिनना शुरू कर दे। मासूमा का जो खून है ना हुण कभी भी राएगा नहीं जाएगा और ना ही जाता होंगे। ये जो सिखां दा लहू है या कश्मीरियां दी जिहड़ियां कुर्बानियां ने ये सारियां दियां रंग लैके आउणगियां। कि हुण ये जिहड़ी आलमी बरादरी है वो नहीं देखती भी ये सारा कुछ भी की चलदा पिया। ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਆਲਮੀ ਬਰਾਦਰੀ ਹੈ ਉਹ ਸਾਰੇ ਇਸ ਖੇਡ ਦੇ ਉੱਤੇ, ਇਸ ਭਾਰਤੀ ਦਰਿੰਦਗੀ ਦੇ ਉੱਤੇ ਘੁੱਟਾਂ ਵੱਟ ਕੇ ਬਹਿ ਜਾਏਗੀ, ਚੁੱਪਚਾਪ ਬਹਿ ਜਾਏਗੀ कि कोई बात नहीं भारत तुम तो हमारे बहुत लाडले हो, कर लो जो तुम करना चाहते हो कर लो, उन्हें करन देगी नहीं। कि मोदी दे इस फाशिस्ट रूप ਨੂੰ कोई बर्दाश्त करेगा? ਹੁਣ वक्त आ गया कि दुनिया भारत ਨੂੰ एक दहशतगर्द रियासत करार देवे। तारीख ਦਾ फैसला बड़ा अटल है कि जो कौमां जुल्म ਨੂੰ ਆਪਦਾ ਸ਼ੌਰ ਬਣਾਉਂਦੀਆਂ ਨੇ, ਆਪਦਾ ਸ਼ੇਵਾ ਬਣਾਉਂਦੀਆਂ ਨੇ, ਉਹ ਦੁਨੀਆ ਦੇ ਨਕਸ਼ੇ ਤੋਂ ਹਮੇਸ਼ਾ ਵਾਸਤੇ ਮਿਟ ਜਾਂਦੀਆਂ ਨੇ। ਔਰ ਭਾਰਤ ਦਾ ਅੰਜਾਮ ਵੀ ਇਸ ਤਰ੍ਹਾਂ ਦਾ ਹੀ ਹੋਏਗਾ ਜੋ ਕਿ ਹੁਣ ਵੀ ਹੁੰਦਾ ਪਿਆ। ਵੈਸੇ ਜਦੋਂ ਇਹਨੇ ਮੂੰਹ ਕੀਤਾ ਸੀ ਨਾ ਇਧਰ ਪਾਕਿਸਤਾਨ ਵਾਲੇ ਪਾਸੇ, ਤਾਂ ਪਾਕਿਸਤਾਨ ਨੇ ਭਾਰਤ ਦਾ ਜਿਹੜਾ ਮੂੰਹ ਸੀ ਨਾ ਉਹ ਲਾ ਕੇ ਆਪਦੇ ਕੋਲ ਰੱਖ ਲਿਆ ਵੀ ਜਦੋਂ ਦਿਲ ਸਾਡਾ ਚਾਹੇਗਾ ਇਹ ਮੂੰਹ ਸਾਡੇ ਕੋਲੇ ਪਿਆ ਹੋਏਗਾ, ਆਪੇ ਹੀ ਇੱਕ ਦੋ ਲਾ ਦਿਆ ਕਰਾਂਗੇ ਇਹਦੇ ਉੱਤੇ। ਇਸੇ ਤਰ੍ਹਾਂ ਦੁਨੀਆ ਨੂੰ ਚਾਹੀਦਾ ਕਿ ਵੀ ਇਹਦਾ ਜਿਹੜਾ ਮੂੰਹ ਹੈ ਨਾ ਉਹ ਸਿੱਧਾ ਕਰਕੇ ਜਾਂ ਤਾਂ ਆਪਦੇ ਕੋਲੇ ਰੱਖ ਲੈਣ ਜਾਂ ਸਾਨੂੰ ਕਹਿ ਦਿਓ ਅਸੀਂ ਕਰ ਦਿੰਦੇ ਹਾਂ ਸਿੱਧਾ।